Today we are going to discuss half adder. ਹਾਫ ਐਡਰ ਬੇਸਿਕਲੀ ਜਿਹੜਾ ਹੈਗਾ ਜਿਵੇਂ ਦਾ ਨਾਮ ਦੱਸਦਾ ਹੈ, ਠੀਕ ਹੈ। ਇਹ ਐਡ ਕਰਨ ਵਾਸਤੇ ਯੂਜ਼ ਕਰਦੇ ਹਾਂ, ਠੀਕ ਹੈ। ਹਾਫ ਐਡਰ ਦੇ ਵਿੱਚ ਅਸੀਂ ਦੋ ਬਿਟਸ ਨੂੰ ਐਡ ਕਰਦੇ, ਲੈਟ ਇਟ ਬੀ I have two bits A and B without considering previous ਕੈਰੀ ਜਿਹੜਾ ਹਾਫ ਐਡਰ ਐਡ ਕਰਦਾ ਹੈ, ਠੀਕ ਹੈ। ਕਿਸੇ ਦੋ ਇੰਡੀਵਿਜੂਅਲ ਬਿਟਸ ਨੂੰ ਐਡ ਕਰਨ ਵਾਸਤੇ ਯੂਜ਼ ਕਰਦੇ ਹਾਂ, ਠੀਕ ਹੈ। ਦੋ ਬਿਟਸ ਨੂੰ ਐਡ ਕਰਦਾ, ਐਡ ਕਰਕੇ ਸਾਨੂੰ ਸਮ ਤੇ ਕੈਰੀ ਪ੍ਰੋਡਿਊਸ ਕਰਕੇ ਦਿੰਦਾ, ਠੀਕ ਹੈ। ਹੁਣ ਜੇ ਮੇਰੇ ਕੋਲ ਦੋ ਬਿਟਸ ਨੇ, ਹਾਊ ਮੈਨੀ ਕੰਬੀਨੇਸ਼ਨਸ ਆਰ देयर? ਮੇਰੇ ਕੋਲ ਦੋ ਬਿਟਸ ਨੇ ਤਾਂ ਮੇਰੇ ਕੋਲ ਕੰਬੀਨੇਸ਼ਨ ਹੋਣਗੇ 2 ਰੇਜ਼ ਟੂ ਦੀ ਪਾਵਰ n ਜਿੰਨੀਆਂ ਬਿਟਸ ਨੇ, ਠੀਕ ਹੈ। ਤਾਂ ਚਾਰ ਕੰਬੀਨੇਸ਼ਨਸ ਹੋਣਗੇ ਇਨਪੁਟਸ ਦੇ 0 0 0 1 1 0 ਐਂਡ 1 1, ਠੀਕ ਹੈ। ਇਹ ਮੇਰੀ ਇੱਕ A ਇਨਪੁਟ ਹੈ, ਇੱਕ ਮੇਰੀ B ਇਨਪੁਟ ਹੈ। ਇਟ ਪ੍ਰੋਡਿਊਸਿਸ ਸਮ ਐਜ਼ ਵੈਲ ਐਜ਼ ਕੈਰੀ, ਠੀਕ ਹੈ। ਹੁਣ ਜੇ ਤੁਹਾਨੂੰ ਪਤਾ ਹੋਵੇ 0 + 0 ਵਿਲ ਬੀ 0, 0 + 1 ਵਿਲ ਬੀ 1, 1 + 0 ਵਿਲ ਬੀ 1, ਸੌਰੀ 0 + 0 ਵਿਲ ਬੀ 0 ਵਿਦ 0 ਕੈਰੀ ਕੋਈ ਨਹੀਂ ਹੈਗੀ, ਠੀਕ ਹੈ। 0 + 1 ਵਿਲ ਬੀ 1 ਵਿਦ 0 ਐਜ਼ ਕੈਰੀ, 1 + 0 ਵਿਲ ਬੀ 1 ਵਿਦ 0 ਐਜ਼ ਕੈਰੀ, ਠੀਕ ਹੈ। ਨਾਓ 1 + 1 ਇਜ਼ 0 ਵਿਦ 1 ਐਜ਼ ਕੈਰੀ। ਇਹਦਾ ਪਤਾ ਸਾਰਿਆਂ ਨੂੰ, ਇੱਥੇ ਤੱਕ ਕੋਈ ਪ੍ਰੋਬਲਮ? ਕਿਉਂਕਿ ਤੁਸੀਂ ਸਾਰਿਆਂ ਨੇ ਐਡੀਸ਼ਨ ਜਿਹੜੀ ਹੈ ਆਈ ਹੋਪ ਕਰੀ ਹੋਈ ਹੈ। ਜਦੋਂ ਅਸੀਂ ਦੋ ਨੰਬਰਸ ਨੂੰ ਐਡ ਕਰਦੇ ਹਾਂ, ਦੋ ਡਿਜਿਟਸ ਨੂੰ ਐਡ ਕਰਦੇ ਹਾਂ, ਠੀਕ ਹੈ, ਤਾਂ ਸਾਡੇ ਕੋਲ ਜਿਹੜੀ ਹੈ ਇਹ ਆਊਟਪੁੱਟ ਆਉਂਦੀ ਹੈ ਸਮ ਦੀ। 0 + 0 ਇਜ਼ 0 ਤੇ ਕੈਰੀ ਵੀ 0 ਹੋਊਗੀ, ਠੀਕ ਹੈ। 0 + 1 ਇਜ਼ 1, then carry will also be 0, 1 + 0 will be 1 and carry will also be 0, 1 + 1 is 0 with 1 as a carry, ਠੀਕ ਹੈ। ਮਤਲਬ ਜੇ ਮੇਰੇ ਕੋਲ ਦੋ ਇਨਪੁਟਸ ਨੇ, ਹੁਣ ਜੇ ਤੁਸੀਂ ਇਹਨੂੰ ਧਿਆਨ ਨਾਲ ਦੇਖੋ, ਇਹ ਕਿਹੜੇ ਗੇਟ ਦੀ ਆਊਟਪੁੱਟ ਹੈ? ਐਕਸਕਲੂਸਿਵ OR ਦੀ, ਠੀਕ ਹੈ। ਤਾਂ ਦਿਸ ਇਜ਼ ਮਾਈ ਸਮ, ਠੀਕ ਹੈ। ਜੇ ਅਸੀਂ ਸਮ ਨੂੰ ਲਿਖੀਏ then sum is equal to A XOR B, ਠੀਕ ਹੈ। ਸਿਮਿਲਰਲੀ ਜੇ ਤੁਸੀਂ ਕੈਰੀ ਨੂੰ ਧਿਆਨ ਨਾਲ ਦੇਖੋ ਤਾਂ ਉਹ ਕਾਹਦੀ ਆਊਟਪੁੱਟ ਹੈ? and A and B, ਠੀਕ ਹੈ। ਨਾਓ ਵੀ ਹੈਵ ਟੂ ਮੇਕ ਦਾ ਕੰਬੀਨੇਸ਼ਨਲ ਸਰਕਟ ਆਫ ਇਟ। ਅਸੀਂ ਇਹਦਾ ਸਰਕਟ ਬਣਾਉਣਾ ਹੈ। ਮੇਰੇ ਕੋਲ ਦੋ ਇਨਪੁਟਸ ਨੇ ਤੇ ਦੋ ਆਊਟਪੁੱਟਸ ਨੇ, ਠੀਕ ਹੈ। ਚਲੋ ਮੈਂ ਪੇਜ ਨਵਾਂ ਲੈ ਲੈਂਦਾ, ਇੱਕ ਹਾਫ ਐਡਰ ਦਾ ਅਸੀਂ ਸਰਕਟ ਬਣਾਉਣਾ, ਠੀਕ ਹੈ। ਤਾਂ ਹਾਫ ਐਡਰ ਦੇ ਕੇਸ ਦੇ ਵਿੱਚ ਵੀ ਹੈਵ ਟੂ ਇਨਪੁਟਸ A ਐਂਡ B, ਠੀਕ ਹੈ। ਸਮ ਹੁਣੇ ਤੁਸੀਂ ਕੱਢ ਕੇ ਹਟੇ ਹੋ, ਇਟ ਇਜ਼ ਐਨ exclusive OR of A and B, मतलब this is it produces sum, ठीक है। now carry ਵੀ ਤੁਸੀਂ ਹੁਣੀ ਕੱਢ ਕੇ ਹਟੇ ਹੋ, ਉਹ ਹੈਗੀ ਹੈ and A and B, ਠੀਕ ਹੈ। ਇੱਥੇ A ਤੇ B ਹੈ ਤਾਂ it is equal to A XOR
B and carry is equal to A and B। ठीक है बेटा, इतने तक किसी ने कोई प्रॉब्लम मेरे च? मैं दोबारा रिपीट करदा, जिहड़ा हाफ एडर है इट एड्स 2 बिट्स, कोई 2 बिट्स ਨੂੰ ਇਹ ਐਡ ਕਰਦਾ, ਠੀਕ ਹੈ, ਵਿਦਆਊਟ ਕੰਸੀਡਰਿੰਗ ਦਾ ਪ੍ਰੀਵੀਅਸ ਕੈਰੀ। ਜਿਹੜੀ ਪ੍ਰੀਵੀਅਸ ਕੈਰੀ ਹੈ ਉਹਨੂੰ ਨਹੀਂ ਕੰਸੀਡਰ ਕਰਦਾ, ਠੀਕ ਹੈ। ਤਾਂ ਜੇ ਸਾਡੇ ਕੋਲ 2 ਬਿਟਸ ਹੁੰਦੀਆਂ ਨੇ ਦੈਨ ਵੀ ਹੈਵ 4 ਆਪਸ਼ਨਸ, ਠੀਕ ਹੈ। ਆਈਦਰ ਬੋਥ ਇਨਪੁਟਸ ਆਰ 0 or first is 0, second is 1, or first is 1 and second is 0, or both are 1, ठीक है। तो उस केस ਦੇ ਵਿੱਚ ਜੇ ਮੈਂ ਕਰਾਂ 0 plus 0 is 0 with 0 as carry, 0 plus 1 is 1 with 0 as carry, 1 plus 0 is 1 with 0 as a carry, 1 plus 1 is 0 with 1 as a carry, ठीक है। ਤਾਂ ਹੁਣ ਅਸੀਂ ਇਹਨੂੰ ਦੇਖਿਆ, ਇਹ ਆ ਗਿਆ ਸਾਡੇ ਕੋਲ ਸਮ, ਇਹ ਸਾਡੇ ਕੋਲ ਕੈਰੀ ਆ ਗਿਆ, ਠੀਕ ਹੈ। ਜੇ ਇਹਨੂੰ ਅਸੀਂ ਚੈੱਕ ਕੀਤਾ ਧਿਆਨ ਨਾਲ ਦੈਨ ਇਟ ਇਜ਼ A XOR B, ਠੀਕ ਹੈ। ਐਂਡ ਦਿਸ ਕੈਰੀ ਇਜ਼ A and B, ਠੀਕ ਹੈ। ਤਾਂ ਇਹਨਾਂ ਦੋਵਾਂ ਦਾ ਮੈਂ ਅੱਗੇ ਇੱਕ ਸਰਕਟ ਬਣਾ ਲਿਆ, ਦਿਸ ਇਜ਼ ਹਾਫ ਐਡਰ ਸਰਕਟ। ਕਿਸ ਨੂੰ ਕੀ ਪ੍ਰੋਬਲਮ ਹਾਫ ਐਡਰ ਚ? ਸੁਖਵਿੰਦਰ ਸਿੰਘ, ਸੁਖਵਿੰਦਰ ਜੀ ਕੀ ਪ੍ਰੋਬਲਮ ਹੋਵੇ? ਸੁਖਵਿੰਦਰ ਕੈਂਪ ਹੈ, ਐਂਟਰ ਤਾਂ ਕਰਿਆ ਸੀਗਾ। ਸੁਖਵਿੰਦਰ ਕੀ ਪ੍ਰੋਬਲਮ ਬੇਟਾ? ਪ੍ਰੀਤ ਸ਼ਰਮਾ, ਪ੍ਰੀਤ ਸ਼ਰਮਾ हाँ जी सर। ਸਮਝ ਆ ਗਿਆ? हाँ जी सर, थोड़ा थोड़ा क्या है ये वाला था। ਥੋੜਾ ਥੋੜਾ ਕਿਉਂ ਆਇਆ, ਪੂਰਾ ਕਿਉਂ ਨਹੀਂ ਆਇਆ? ਦੱਸ ਕੀ ਸਮਝ ਆਇਆ ਪੂਰਾ ਇਹਦੇ ਚ? ਐਡਰ ਦਾ ਕੀ ਕੰਮ ਹੁੰਦਾ ਹੈ, ਕਲੀਅਰ ਹੈ ਪਹਿਲੀ ਗੱਲ? ਟੂ ਐਡ 2 ਨੰਬਰਸ, ਠੀਕ ਹੈ। ਸਾਡੇ ਕੋਲ ਐਡਰ ਦੋ ਤਰ੍ਹਾਂ ਦੇ ਨੇ, ਹਾਫ ਤੇ ਫੁੱਲ ਐਡਰ, ਠੀਕ ਹੈ। ਜਿਹੜਾ ਹਾਫ ਐਡਰ ਹੈ ਉਹ ਜਿਹੜਾ ਹੈ 2 ਬਿਟਸ ਨੂੰ ਐਡ ਕਰਦਾ, ਠੀਕ ਹੈ। ਉਹ 2 ਬਿਟਸ ਜਿਹੜੀਆਂ ਨੇ ਮੇਰੇ ਕੋਲ A ਤੇ B ਨੇ, ਵਿਦਆਊਟ ਕੰਸੀਡਰਿੰਗ ਪ੍ਰੀਵੀਅਸ ਕੈਰੀ, ਮਤਲਬ ਪਿਛਲੀ ਕੈਰੀ ਨੂੰ ਕੰਸੀਡਰ ਨਹੀਂ ਕਰਦਾ, ਠੀਕ ਹੈ। ਤਾਂ 2 ਬਿਟਸ ਨੇ, ਤਾਂ ਉਹਦੇ ਕੰਬੀਨੇਸ਼ਨ ਮੇਰੇ ਕੋਲ 4 ਹੋਣਗੇ, ਠੀਕ ਹੈ। तो 4 ਕੰਬੀਨੇਸ਼ਨ ਕੀ ਹੋ ਗਏ? 0 0 0 1 1 0 ਤੇ 1 1, ਠੀਕ ਹੈ। ਹੁਣ ਜੇ 0 ਨੂੰ ਐਡ ਕਰੂੰਗਾ 0 with 0 ਕੈਰੀ, 0 ਨੂੰ 1 ਨਾਲ ਐਡ ਕਰੂੰਗਾ 1 with 0 ਕੈਰੀ, 1 ਨੂੰ 0 ਨਾਲ ਐਡ ਕਰੂੰਗਾ 1 with 0 ਕੈਰੀ, 1 ਨੂੰ 1 ਨਾਲ ਐਡ ਕਰੂੰਗਾ 0 with 1 ਕੈਰੀ, ਠੀਕ ਹੈ ਨਾ। ਸਮ ਇਜ਼ A XOR B ਹੋ ਗਿਆ, ਠੀਕ ਹੈ। ਇਹ ਗੇਟ ਜਿਹੜਾ ਹੈਗਾ ਆਊਟਪੁੱਟ XOR ਗੇਟ ਦੀ ਹੈ, ਇਹ ਜਿਹੜੀ ਆਊਟਪੁੱਟ ਹੈ ਇਹ ਐਂਡ ਗੇਟ ਦੀ ਹੈ, ਠੀਕ ਹੈ ਜੀ। ਤੇ ਇਹ ਦੋ ਮੈਨੂੰ ਪਤਾ ਲੱਗ ਗਏ, ਇਹਨਾਂ ਦੋਵਾਂ ਨੂੰ ਯੂਜ਼ ਕਰਕੇ ਜਿਹੜਾ ਮੈਂ ਸਰਕਟ ਬਣਾਤਾ। ਇਹ XOR ਗੇਟ ਹੈ, ਇਹ ਮੇਰਾ ਐਂਡ ਗੇਟ ਹੈ। ਦਿਸ ਇਜ਼ ਆਲ ਅਬਾਊਟ ਹਾਫ ਐਡਰ। ਨਾਓ ਨੈਕਸਟ ਟੌਪਿਕ ਇਜ਼ ਫੁੱਲ ਐਡਰ। excuse me sir, ਹਾਂ ਬੇਟਾ। ਸਰ ਇਹਦਾ ਯੂਜ਼ ਕਿੱਥੇ ਹੁੰਦਾ ਹੈ, ਕਾਹਦੇ ਲਈ ਯੂਜ਼ ਹੁੰਦਾ? ਬੇਟਾ ਜਦੋਂ ਅਸੀਂ 2 ਬਿਟਸ ਨੂੰ ਐਡ ਕਰਨਾ ਹੁੰਦਾ, ਜਦੋਂ ਅਸੀਂ 2 ਬਿਟਸ ਨੂੰ ਐਡ ਕਰਨਾ ਇਕੱਲੀਆਂ ਨੂੰ, ਸਾਡੇ ਕੋਲ ਪ੍ਰੀਵੀਅਸ ਕੈਰੀ ਨਹੀਂ ਹੈਗੀ ਕੋਈ, ਤਾਂ ਉੱਥੇ ਅਸੀਂ ਹਾਫ ਐਡਰ ਨੂੰ ਯੂਜ਼ ਕਰਦੇ ਹਾਂ। ਅੱਗੇ ਅਸੀਂ ਪੜਾਂਗੇ ਫੁੱਲ ਐਡਰ, ਠੀਕ ਹੈ, ਤੇ ਐਡਰ ਸਬਟਰੈਕਟਰ ਆਲਸੋ। ਤਾਂ ਉਹਨਾਂ ਨੂੰ ਜਿਹੜਾ ਅਸੀਂ ਯੂਜ਼ ਕਰਾਂਗੇ ਅੱਗੇ ਤੁਹਾਡੇ ਨਾਲ, ਜਿਹੜੇ ਯੂਜ਼ ਕਰਾਂਗੇ, ਇਹ ਜਿਹੜਾ ਬਣਿਆ ਹੋਇਆ ਇਟ ਇਜ਼ ਜਸਟ ਫॉर 2 ਬਿਟਸ ਵਿਦਆਊਟ ਕੰਸੀਡਰਿੰਗ ਅ ਕੈਰੀ। ਐਡਰ ਜਿਹੜੇ ਨੇ ਦੇ ਆਰ ਯੂਜ਼ਡ ਫॉर ਐਡੀਸ਼ਨਸ। ਅੱਗੇ ਅਸੀਂ ਐਡਰ ਸਬਟਰੈਕਟਰ ਵੀ ਪੜਾਂਗੇ, ਫੁੱਲ ਐਡਰ ਵੀ ਪੜਾਂਗੇ, ठीक है बेटा। सर बाइनरी एडिशन तो इस च क्या फर्क है? बेटा बाइनरी एडिशन ਨੂੰ ਪ੍ਰੈਕਟੀਕਲੀ ਇੰਪਲੀਮੈਂਟ ਕਰਨ ਲਈ ਅਸੀਂ ਸਰਕਟਸ ਬਣਾਉਂਦੇ ਆ। ਬਾਈਨਰੀ ਐਡੀਸ਼ਨ ਵੀ ਹੈਵ ਸਟੱਡੀਡ ਥਿਓਰੀਟਿਕਲੀ, ਠੀਕ ਹੈ। ਬਟ ਉਸ ਐਡੀਸ਼ਨ ਨੂੰ ਅੱਗੇ ਅਸੀਂ ਜਿਹੜੀ ਸਾਡੀ ਕੈਲਕੂਲੇਸ਼ਨ ਕਰਨੀ ਹੈ, ਦੈਟ ਕੈਲਕੂਲੇਸ਼ਨ ਇਜ਼ ਡਨ ਇਨ ਦਾ ਸਰਕਟਸ, ਠੀਕ ਹੈ। ਉਹ ਸਰਕਟਸ ਲਈ ਸਾਨੂੰ ਗੇਟਸ ਯੂਜ਼ ਕਰਨੇ ਪੈਣੇ ਨੇ। ਤਾਂ ਉਹ ਗੇਟਸ ਦੀ ਜਿਹੜੀ ਇਹ ਡਾਇਆਗ੍ਰਾਮ ਹੈ, ਬਾਈਨਰੀ ਐਡੀਸ਼ਨ ਦੇ ਵਿੱਚ ਤੁਸੀਂ ਇਕੱਲੀ ਐਡੀਸ਼ਨ ਪੜ੍ਹੀ ਹੈ ਨਾ, ਯੂ ਹੈਵ ਨਾਟ ਸਟੱਡੀਡ ਸਰਕਟਸ, ਠੀਕ ਹੈ।
ਦੇ ਆਰ ਦਾ ਸਰਕਟਸ ਜਿਹੜੇ ਅਸੀਂ ਯੂਜ਼ ਕਰਨੇ। ਹਾਂਜੀ, ਹੋਰ ਕੁਐਸਚਨ ਕੋਈ? ਸਰ ਉਸ ਦੀ ਕੰਟੀਨਿਊਸ਼ਨ ਹੈ ਇਹ ਬਾਈਨਰੀ ਐਡੀਸ਼ਨ ਦੀ। ਬਾਈਨਰੀ ਐਡੀਸ਼ਨ ਦੀ ਜਿਹੜੀ ਹੈ ਤੁਸੀਂ ਕਹ ਲਓ ਡਿਜੀਟਲ ਇਲੈਕਟ੍ਰੋਨਿਕਸ ਦੇ ਵਿੱਚ ਕਿਵੇਂ ਅਸੀਂ ਇੰਪਲੀਮੈਂਟ ਕਰਦੇ ਹਾਂ, ਦੈਟ ਇਜ਼ ਇਹ ਸਰਕਟ ਨੇ ਉਹਨੂੰ ਇੰਪਲੀਮੈਂਟ ਕਰਨ ਲਈ ਅਸੀਂ ਜਿਹੜੇ ਨੇ ਕੰਬੀਨੇਸ਼ਨਲ ਸਰਕਟਸ ਬਣਾਉਂਦੇ ਆ। ਦੇ ਆਰ ਨੋਨ ਐਜ਼ ਕੰਬੀਨੇਸ਼ਨਲ ਸਰਕਟਸ। ਕੰਬੀਨੇਸ਼ਨਲ NATIONAL ਨੈਸ਼ਨਲ ਸਰਕਟਸ। ਇਹ ਕੰਬੀਨੇਸ਼ਨ ਹੈ, ਇਟ ਇਜ਼ XOR ਗੇਟ ਐਂਡ ਦਿਸ ਇਜ਼ ਐਂਡ ਗੇਟ। ਇਹਨਾਂ ਦੋਵਾਂ ਦਾ ਕੰਬੀਨੇਸ਼ਨ ਹੈ ਤਾਂ ਸਾਡੇ ਕੋਲ ਜਿਹੜਾ ਦੋ ਡਿਜਿਟਸ ਨੂੰ ਐਡ ਕਰਨ ਦਾ ਸਰਕਟ ਬਣਦਾ। ਕਲੀਅਰ ਹੈ ਹੁਣ? ਹੋਰ ਕੁਐਸਚਨ ਬੇਟਾ ਕੋਈ? ਸਕਰੀਨ ਕਲੀਅਰ ਹੈ ਬੇਟਾ? ਹਾਂਜੀ ਸਰ। नेक्स्ट इज फुल एडर। In case of full adder, ਇਹਦਾ ਵੀ ਜਿਹੜੀ ਆਊਟਪੁੱਟ ਹੁੰਦੀ ਹੈ that is sum and carry। ਠੀਕ ਹੈ, ਦੋ ਇਨਪੁਟਸ ਹੁੰਦੀਆਂ ਨੇ A ਤੇ B। ਤੀਸਰੀ ਇਨਪੁਟ ਜਿਹੜੀ ਹੈ that is carry from previous, that is known as carry input। ਠੀਕ ਹੈ, ਜਦੋਂ ਹੁਣ ਮੰਨ ਲਓ ਮੈਂ ਐਡ ਕਰਦਾ 1 1 0 1 1 1 0 1 0 1। ਠੀਕ ਹੈ, ਤਾਂ ਹੁਣ ਦਿਸ ਇਜ਼ 1 1 0, ਇੱਥੇ ਇੱਕ ਕੈਰੀ ਆ ਗਈ। ਠੀਕ ਹੈ, ਇੱਥੇ ਪ੍ਰੀਵੀਅਸ ਕੈਰੀ 0 ਸੀ, ਇੱਥੇ ਹਜੇ 0 ਹੈ। ਠੀਕ ਹੈ, ਤਾਂ ਜਿਹੜੀ ਇਹ ਥਰਡ ਇਨਪੁਟ ਹੈ ਦੈਟ ਇਜ਼ ਕੈਰੀ ਫਰੋਮ ਪ੍ਰੀਵੀਅਸ 1। ਠੀਕ ਹੈ, ਤਾਂ ਐਕਚੁਅਲੀ ਜਿਹੜਾ ਫੁੱਲ ਐਡਰ ਹੈ ਦੈਟ ਇਜ਼ ਯੂਜ਼ਡ ਟੂ ਐਡ ਟੂ ਨੰਬਰਸ। ਠੀਕ ਹੈ, ਫੁੱਲ ਐਡਰ ਨੂੰ ਜਿਹੜਾ ਅਸੀਂ ਯੂਜ਼ ਕਰਦੇ ਹਾਂ ਦੋ ਨੰਬਰਸ ਨੂੰ ਐਡ ਕਰਨ ਲਈ। ਠੀਕ ਹੈ, ਜਿਹੜਾ ਹਾਫ ਐਡਰ ਹੈ ਜਿੱਥੇ ਅਸੀਂ ਬਿਟਸ ਐਡ ਕਰਨੀਆਂ ਨੇ ਇਕੱਲੀਆਂ। ਮੰਨ ਲਓ ਮੇਰੇ ਕੋਲ ਸਿਰਫ 2 ਬਿਟ ਦੀ ਇਨਪੁਟ ਆਉਣੀ ਹੈ। ਠੀਕ ਹੈ, ਮੈਨੂੰ ਉਹਨਾਂ ਦਾ ਸਮ ਤੇ ਕੈਰੀ ਜਨਰੇਟ ਕਰਨਾ। ਜਦੋਂ ਸਾਡੇ ਕੋਲ ਦੋ ਲੌਂਗ ਬਿਟਸ ਆ ਜਾਂਦੇ, ਕੰਟੀਨਿਊਸ ਡਾਟਾ ਆ ਜਾਂਦਾ ਹੈ। ਠੀਕ ਹੈ, ਸੀਕੁਐਂਸ ਡਾਟਾ ਆ ਜਾਂਦਾ, ਤਾਂ ਉਸ ਟਾਈਮ ਦੇ ਵਿੱਚ ਅਸੀਂ ਜਿਹੜਾ ਫੁੱਲ ਐਡਰ ਯੂਜ਼ ਕਰਨਾ, ਜਿੱਥੇ ਅਸੀਂ ਪ੍ਰੀਵੀਅਸ ਕੈਰੀ ਨੂੰ ਵੀ ਕੰਸੀਡਰ ਕਰਨਾ। ਜਿੱਥੇ ਅਸੀਂ ਪ੍ਰੀਵੀਅਸ ਕੈਰੀ ਨੂੰ ਕੰਸੀਡਰ ਨਹੀਂ ਕਰਨਾ ਉੱਥੇ ਅਸੀਂ ਹਾਫ ਐਡਰ ਯੂਜ਼ ਕਰਦੇ ਹਾਂ। ਜਿੱਥੇ ਅਸੀਂ ਜਿਹੜੀ ਪ੍ਰੀਵੀਅਸ ਕੈਰੀ ਆ ਰਹੀ ਹੈ ਉਹਨੂੰ ਕੰਸੀਡਰ ਵੀ ਕਰਨਾ, then we have to use full adder। clear ਹੈ ਬੇਟਾ ਹੁਣ ਹਾਫ ਐਡਰ ਤੇ ਫੁੱਲ ਐਡਰ ਦੇ ਡਿਫਰੈਂਸ? ਸਰ ਇਗਨੋਰ ਕਰ ਦਿੰਦੇ ਕੈਰੀ ਨੂੰ ਹਾਫ ਦੇ ਵਿੱਚ। ਹਾਂਜੀ, ਕੈਰੀ ਜਿਹੜਾ ਆਉਂਦਾ ਹੁੰਦਾ ਬਿਟ ਉਸ ਨੂੰ ਇਗਨੋਰ ਕਰ ਦਿੰਦੇ ਹਾਂ ਬਸ। ਹਾਫ ਦੇ ਵਿੱਚ ਇਗਨੋਰ ਕਰ ਦਿੰਦੇ ਬੇਟਾ, ਫੁੱਲ ਦੇ ਵਿੱਚ ਨਹੀਂ ਕਰਦੇ। ਹਾਫ ਐਡਰ ਅਸੀਂ ਯੂਜ਼ ਹੀ ਉੱਥੇ ਕਰਦੇ ਜਿੱਥੇ ਅਸੀਂ ਕੈਰੀ ਨੂੰ ਇਗਨੋਰ ਕਰਨਾ ਹੈ। ਠੀਕ ਹੈ, ਫੁੱਲ ਨੂੰ ਅਸੀਂ ਉੱਥੇ ਯੂਜ਼ ਕਰਦੇ ਤੇ ਕੈਰੀ ਨੂੰ ਅਸੀਂ ਕੰਸੀਡਰ ਕਰਨਾ। ਕਲੀਅਰ ਹੈ ਹੁਣ? ਸਾਡੇ ਕੋਲ ਦੋ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ। ਕਈ ਵਾਰ ਮੇਰੇ ਕੋਲ ਦੋ ਬਿਟਸ ਇਨਪੁਟ ਆ ਰਹੀਆਂ, ਮੈਂ ਉਹਨਾਂ ਦੀ ਆਊਟਪੁੱਟ ਦੇਣੀ ਹੈ ਇਕੱਲੀ। ਠੀਕ ਹੈ, ਕਈ ਵਾਰ ਮੇਰੇ ਕੋਲ ਦੋ ਬਿਟਸ ਇਨਪੁਟ ਆ ਰਹੀਆਂ ਬਟ ਜਿਹੜੀ ਪ੍ਰੀਵੀਅਸ ਕੈਰੀ ਹੈ ਉਹਨੂੰ ਵੀ ਮੈਂ ਐਜ਼ ਇਨਪੁਟ ਲੈਣਾ। ਠੀਕ ਹੈ, ਤਾਂ ਇੱਥੇ ਸਮ ਕਹਾਂਗੇ, ਇੱਥੇ ਕੈਰੀ ਜਿਹੜੀ ਪ੍ਰੀਵੀਅਸ ਹੈ ਉਹ ਤੋਂ ਜਨਰੇਟਡ ਨੈਕਸਟ ਕੈਰੀ ਹੈ ਇਹ। ਠੀਕ ਹੈ, ਫੋਰ ਐਗਜ਼ਾਮਪਲ ਮੇਰੇ ਕੋਲ A ਤੇ B ਦੋ ਇਨਪੁਟਸ ਸੀਗੀਆਂ ਪਹਿਲਾਂ। ਠੀਕ ਹੈ, ਤਾਂ ਤੀਸਰੀ ਜਿਹੜੀ ਇਨਪੁਟ ਹੋਊਗੀ ਦੈਟ ਇਜ਼ CI ਕੈਰੀ ਇਨਪੁਟ। A B ਦੇ ਵਿੱਚ ਮੇਰੇ ਕੋਲ 0 0 ਸੀ। ਇਹਦੇ ਕੇਸ ਦੇ ਵਿੱਚ ਜਿਹੜੀ ਪ੍ਰੀਵੀਅਸ ਕੈਰੀ ਹੈ ਇਟ ਕੈਨ ਬੀ ਆਈਦਰ 0 ਔਰ 1, ਮਤਲਬ ਦੋ ਵਾਰੀ ਮੈਂ ਇਹਨੂੰ 0 0 ਨੂੰ ਲਿਖਿਆ। ਠੀਕ ਹੈ, ਤਾਂ ਫਿਰ ਇਟ ਵਿਲ ਅਗੇਨ ਜਨਰੇਟਸ ਸਮ ਐਂਡ ਕੈਰੀ, ਉਹਦੀ ਮੈਂ ਗੱਲ ਅੱਗੇ ਕਰਦਾ ਹੁੰਦਾ। ਠੀਕ ਹੈ, ਆਇਓ ਜਿਹੜੀ ਇਨਪੁਟ ਹੈ ਇਟ ਕੈਨ ਬੀ 0 1 0 1। ਇਸ ਇਨਪੁਟ ਲਈ ਵੀ ਪ੍ਰੀਵੀਅਸ ਕੈਰੀ ਇਟ ਕੈਨ ਬੀ ਆਈਦਰ 0 ਔਰ 1। ਠੀਕ ਹੈ, ਫਿਰ ਮੇਰੇ ਕੋਲ ਇਨਪੁਟ ਹੈਗੀ 1 0 1 0। ਇਹਦੇ ਲਈ ਵੀ ਜਿਹੜੀ ਹੈ ਪ੍ਰੀਵੀਅਸ ਕੈਰੀ ਕੈਨ ਬੀ 0 1। ਫਿਰ ਮੇਰੇ ਕੋਲ ਇਨਪੁਟ ਹੈਗੀ 1 1, ਤਾਂ ਇਹਦੇ ਲਈ ਵੀ ਮੇਰੇ ਕੋਲ ਜਿਹੜੀ ਪ੍ਰੀਵੀਅਸ ਕੈਰੀ ਹੈ ਇਟ ਕੈਨ ਬੀ 0 1। ਇਹ ਕਲੀਅਰ ਹੈ ਬੇਟਾ ਜਿਹੜਾ ਮੈਂ ਲਿਖਿਆ? ਇਜ਼ ਇਟ ਕਲੀਅਰ? ਯੈਸ ਸਰ। ਲਵਕੇਸ਼ ਕਲੀਅਰ ਹੈ ਬੇਟਾ ਇਹ? ਹਾਂਜੀ ਸਰ। question any question beta? It will again produced ਫੁੱਲ ਐਡਰ ਉਹ ਬਾਈਨਰੀ ਐਡੀਸ਼ਨ
है जी ਜਿਹੜਾ ਫੁੱਲ ਐਡਰ ਹੈ ਉਹ ਬਾਈਨਰੀ ਐਡੀਸ਼ਨ ਸੇਮ ਹੈ। ਫੁੱਲ ਐਡਰ ਤੇ ਬਾਈਨਰੀ ਐਡੀਸ਼ਨ ਸਾਰਿਆਂ ਦੀ ਸੇਮ ਹੈ। ਠੀਕ ਹੈ, ਜਿਹੜਾ ਹਾਫ ਐਡਰ ਆ ਉਹ ਸਿਰਫ 2 ਬਿਟਸ ਨੂੰ ਕਰਦਾ। ਡਿਫਰੈਂਸ ਕੀ ਹੈ, ਹਾਫ ਐਡਰ ਜਿਹੜਾ 2 ਬਿਟਸ ਨੂੰ ਐਡ ਕਰਦਾ, ਠੀਕ ਹੈ, ਵਿਦਾਊਟ ਕੰਸੀਡਰਿੰਗ previous carry। ठीक है, फुल एडर ਜਿਹੜਾ ਹੈਗਾ ਉਹ ਵੀ 2 ਬਿਟਸ ਨੂੰ ਐਡ ਕਰਦਾ ਬਟ ਵਿਦ ਕੰਸੀਡਰਿੰਗ ਪ੍ਰੀਵੀਅਸ ਕੈਰੀ। ਪ੍ਰੀਵੀਅਸ ਕੈਰੀ ਨੂੰ ਜਿਹੜਾ ਉਹ ਕੰਸੀਡਰ ਕਰਦਾ ਫੁੱਲ ਐਡਰ। ਠੀਕ ਹੈ, ਜਿਹੜਾ ਹਾਫ ਐਡਰ ਆ ਉਹਨੂੰ ਕੰਸੀਡਰ ਨਹੀਂ ਕਰਦਾ, ਫੁੱਲ ਐਡਰ ਜਿਹੜੀ ਹੈ ਪ੍ਰੀਵੀਅਸ ਕੈਰੀ ਨੂੰ ਕੰਸੀਡਰ ਕਰਦਾ। ਇਹ ਦੋਹਾਂ ਦੇ ਵਿੱਚ ਬੇਸਿਕ ਡਿਫਰੈਂਸ ਇਹ ਹੈ। ਠੀਕ ਹੈ, ਹੁਣ ਦੇਖੋ ਇੱਥੇ ਮੈਂ 0 + 0 ਕਰਾਂਗੇ then we will have sum is 0 and carry is also 0. If we have 0 + 0 plus previous carry is 1, then sum is 1, carry is 0. ठीक है, now this is 0 + 1 is 1 with carry 0. ठीक है, 0 + 1 is 1. ठीक है, then again 1 + 1 is 0 with carry 1। ठीक है, 1 + 0 is 1, 0 plus 1 + 0 is 1, 1 + 0 is 1 with carry 0, again 1 + 0 is 1, again 1 + 1 is 0 with 1 carry। ठीक है, 1 + 1 ਜਿਹੜਾ it is 0 with 1 carry, is 1 + 1 is 0 with 1 carry and again 1 with 1 carry। ਹੁਣ ਤੁਸੀਂ ਇੱਥੇ ਦੇਖੋ what it is and also watch this carry। ठीक है, ਜੇ ਤੁਸੀਂ ਹੋਰ ਇਹਨੂੰ ਸਿੰਪਲੀਫਾਈਡ ਲੈਂਗੁਏਜ ਚ ਲੈਣਾ ਚਾਹੁੰਦੇ ਹੋ then you can make the k map for both। 3 ਵੇਰੀਏਬਲਸ ਨੇ ਆਪਣੇ ਕੋਲ, k map ਚ ਕਿੰਨੇ ਬਣਨਗੇ? ਮੰਨ ਲਓ ਮੈਂ k map s ਵਾਸਤੇ ਬਣਾ ਰਿਹਾ, I have a b c i। ਠੀਕ ਹੈ, 0 0 it is c i + 1 ਕਹਿੰਦੇ ਨੇ, ਕੈਰੀ ਜਿਹੜੀ ਹੈ ਨੈਕਸਟ ਕੈਰੀ ਕਹਿੰਦੇ ਇਹਨੂੰ, ਕੈਰੀ ਫॉर ਨੈਕਸਟ ਕਹ ਲਓ। 0 0 0 1 ਜਾਂ 1 1, ਇਹਨੂੰ ਕੱਲੀ ਚਲੋ c i ਹੀ ਰਹਿਣ ਦਿਓ, ਕੋਈ ਗੱਲ ਨਹੀਂ, ਤੁਸੀਂ c i ਹੀ ਲਿਖ ਦਿਓ ਇਹਨੂੰ। 1 1 1 0 0 and 1। ठीक है, for all 0 it is 0 1 1 0, again it is it is 1 0 1 0। ਇਹ ਸਮ ਲਈ ਬਣਿਆ ਤੁਹਾਡਾ ਜਿਹੜਾ ਬਣਿਆ। ਠੀਕ ਹੈ, ਤਾਂ ਹੁਣ ਇੱਥੇ ਦੇਖੋ it is just like check box। ਜਦੋਂ ਸਾਡੇ ਕੋਲ ਚੈੱਕ ਬਾਕਸ ਆ ਜਾਵੇ ਤਾਂ it produces a XOR CI, A XOR B XOR CI। ठीक है, ਜੇ ਤੁਸੀਂ ਇੱਥੇ ਵੀ ਧਿਆਨ ਨਾਲ ਦੇਖੋ, when we have odd number of ones, when we have odd number of ones, then this sum is 1। ठीक है, ਮੈਂ ਤੁਹਾਨੂੰ ਸ਼ਾਇਦ ਯਾਦ ਹੋਵੇ, ਤੁਸੀਂ ਜਦੋਂ ਮੈਂ ਤੁਹਾਨੂੰ ਜਿਹੜੀ ਹੈ XOR ਦੀ ਗੱਲ ਕਰੀ ਸੀਗੀ, ਤਾਂ ਜਦੋਂ ਸਾਡੇ ਕੋਲ odd number of ones ਹੁੰਦੇ ਨੇ ਤਾਂ ਸਾਡੀ ਆਊਟਪੁੱਟ 1 ਹੁੰਦੀ ਹੈ, ਜੇ ਸਾਡੇ ਕੋਲ even number of ones ਹੁੰਦੇ ਨੇ ਸਾਡੀ ਆਊਟਪੁੱਟ ਜਿਹੜੀ ਹੈ ਉਹ 0 ਹੁੰਦੀ ਹੈ।
एनी क्वेश्चन बेटा हुण तक इत्थे तक? कोई क्वेश्चन बेटा? ਸਰ ਚੈੱਕ ਬਾਕਸ ਕੀ ਹੁੰਦਾ? ਰਿਲੇਟਡ ਵੀ ਤੁਸੀਂ ਚੈਸ ਦੇਖੀ ਹੈ, ਉਹਦੇ ਵਿੱਚ ਇੱਕ ਵਾਈਟ ਹੈ ਖਾਨਾ, ਇੱਕ ਬਲੈਕ ਹੈ, ਠੀਕ ਹੈ। then we have black then white then we have white and black then white and black, ਠੀਕ ਹੈ। ਤਾਂ ਇਹਨੂੰ ਆਪਾਂ ਇਦਾਂ ਕਹਿੰਦੇ ਹਾਂ, ਜਿੱਥੇ ਸਾਡੇ ਕੋਲ ਜੇ ਮੈਂ ਇਹਨਾਂ ਦੀ ਗਰੁੱਪਿੰਗ ਕਰਾਂ, ਜੇ ਮੈਂ ਵੰਸ ਦੀ ਗਰੁੱਪਿੰਗ ਕਰਾਂ ਤਾਂ ਇਸ ਵਨ ਦੀ ਕਿਸੇ ਨਾਲ ਗਰੁੱਪਿੰਗ ਨਹੀਂ ਹੁੰਦੀ, ਦੇ ਆਲ ਆਰ ਇੰਡੀਵਿਜੂਅਲ ਵਨਸ। ਇਹ ਵਨ ਇੰਡੀਵਿਜੂਅਲ ਵਨਸ ਨੇ, ਕਿਸੇ ਵਨ ਦੀ ਕਿਸੇ ਵਨ ਨਾਲ ਗਰੁੱਪ ਨਹੀਂ ਹੁੰਦੀ, ਠੀਕ ਹੈ। ਬਟ ਇਹ ਵੀ ਨਾਲ ਹੈ ਵੀ ਜਿੰਨੇ ਨੰਬਰ ਆਫ ਵਨਸ ਨੇ ਉਨੇ ਮੇਰੇ ਕੋਲ ਨੰਬਰ ਆਫ ਜ਼ੀਰੋਜ਼ ਨੇ। ਤਾਂ ਉਸ ਤਰ੍ਹਾਂ ਦੇ ਕੇ ਮੈਪ ਨੂੰ ਅਸੀਂ ਦੀ ਜਿਹੜੀ ਹੈ ਸਿੰਪਲੀਫਿਕੇਸ਼ਨ ਅਸੀਂ ਕਹਾਂਗੇ ਵੀ ਹੈਵ ਚੈੱਕ ਬਾਕਸ ਕੇ ਮੈਪ, ਠੀਕ ਹੈ। ਦੋ ਚੀਜ਼ਾਂ ਦਾ ਖਿਆਲ ਹੋਣਾ ਚਾਹੀਦਾ। ਪਹਿਲੀ ਗੱਲ ਤਾਂ ਵਨਸ ਦੀ ਆਪਸ ਦੇ ਵਿੱਚ ਜਿਹੜੀ ਹੈ ਕੋਈ ਗਰੁੱਪਿੰਗ ਨਹੀਂ ਹੋਣੀ ਚਾਹੀਦੀ, ਠੀਕ ਹੈ। ਦੂਸਰੀ ਨੰਬਰ ਦੀ ਗੱਲ, ਜਿੰਨੇ ਨੰਬਰ ਆਫ ਵਨਸ ਨੇ ਮੇਰੇ ਕੋਲ ਉਨੇ ਨੰਬਰ ਆਫ ਜ਼ੀਰੋਜ਼ ਹੋਣੇ ਚਾਹੀਦੇ। ਹੁਣ ਇੱਥੇ ਦੇਖੋ ਸਰ ਮੇਰੇ ਕੋਲ 4 ਵਨਸ ਨੇ ਤੇ 4 ਜ਼ੀਰੋਜ਼ ਨੇ। ਜੇ ਮੇਰੇ ਕੋਲ 4 ਵੇਰੀਏਬਲ ਹੁੰਦੇ, 8 ਵਨਸ ਹੁੰਦੇ ਤੇ 8 ਜ਼ੀਰੋਜ਼ ਹੁੰਦੀਆਂ, ਦੈਨ ਇਟ ਇਜ਼ ਨੋਨ ਐਜ਼ ਚੈੱਕ ਬਾਕਸ ਕੇ ਮੈਪ, ਠੀਕ ਹੈ। ਤਾਂ ਉਹਦੇ 'ਚ ਹੋ ਜਾਂਦਾ A XOR B XOR C XOR D। ਕਲੀਅਰ ਹੈ ਬੇਟਾ? ਇਹ ਹੁਣ ਮਤਲਬ ਵਨਸ ਦੀ ਕਿਸੇ ਨਾਲ ਗਰੁੱਪਿੰਗ ਨਾ ਹੋਵੇ, then number of ones and number of zeros must be equal, then that K map is known as check boxed K map। clear है जी? ਹਾਂਜੀ ਤਾਂ ਉਸ ਕੇਸ ਦੇ ਵਿੱਚ ਇਹਨੂੰ ਜਿਹੜਾ ਹੈਗਾ XOR ਕਿਹਾ ਜਾਂਦਾ, ਵੀ ਜਿਹੜਾ ਇਹਦਾ ਆਊਟਪੁੱਟ ਆਊਗੀ that will be XORed, ਠੀਕ ਹੈ। ਹੁਣ ਇਹਦਾ K map ਬਣਾਉਂਦੇ ਆਪਾਂ। again A B C I, ठीक है। it is 0 0 0 1 1 0 sorry 1 1 1 0, it is 0 and 1। when all three are 0 it is 0 0 0 1, ठीक है। again it is this is 1 0 0 0 1 1 and 1, ਠੀਕ ਹੈ। ਇਹੀ ਬਣਿਆ ਕਿ ਮੈਂ ਬੇਟਾ ਇਹਦਾ ਇੱਥੇ ਦੇਖੋ ਹੁਣ ਵੀ ਸਾਡੇ ਕੋਲ 4 ਵਨਸ ਨੇ ਤੇ 4 ਜ਼ੀਰੋਜ਼ ਨੇ, ਠੀਕ ਹੈ। ਬਟ ਦਿਸ ਕੇ ਮੈਪ ਇਜ਼ ਨਾਟ ਚੈੱਕ ਬਾਕਸ ਕੀ ਮੈਪ, ਇਹ ਕੇ ਮੈਪ ਚੈੱਕ ਬਾਕਸ ਨਹੀਂ ਹੈਗਾ। ਕਿਉਂ? ਕਿਉਂਕਿ ਇਸ ਦੇ ਵਿੱਚ ਜਿਹੜੇ ਸਾਡੇ ਕੋਲ ਗਰੁੱਪਿੰਗ ਹੁੰਦੀ ਹੈ, ਇਹਨਾਂ ਦੋਹਾਂ ਦੀ ਗਰੁੱਪਿੰਗ ਹੁੰਦੀ ਹੈ, ਠੀਕ ਹੈ। ਇਹਨਾਂ ਦੋਹਾਂ ਦੀ ਗਰੁੱਪਿੰਗ ਹੁੰਦੀ ਹੈ ਤੇ ਇਹਨਾਂ ਦੋਹਾਂ ਦੀ ਗਰੁੱਪ ਹੁੰਦੀ ਹੈ, ਠੀਕ ਹੈ। ਮਤਲਬ ਮੇਰੇ ਕੋਲ 3 ਗਰੁੱਪ ਬਣ ਗਏ, ਠੀਕ ਹੈ। ਇਹ ਮੈਂ ਲਿਖਿਆ ਇਟ ਇਜ਼ BC ਜਾਂ BCI, ਜੇ ਇਸ ਗਰੁੱਪ ਦੀ ਗੱਲ ਕਰਾਂ, ਠੀਕ ਹੈ। ਇਸ ਗਰੁੱਪ ਦੀ ਗੱਲ ਕਰਾਂ ਇਟ ਇਜ਼ A, ਇਹਨਾਂ ਦੋਹਾਂ 'ਚ ਕੀ ਨਹੀਂ ਚੇਂਜ ਹੋ ਰਿਹਾ, ਦੈਟ ਇਜ਼ CI। ਇਸ ਦੀ ਮੈਂ ਗੱਲ ਕਰਾਂ, ਇਹਦੇ ਵਿੱਚ A, ਇਹਨਾਂ ਦੋਹਾਂ ਦੇ ਵਿੱਚ ਕੀ ਨਹੀਂ ਚੇਂਜ ਹੋ ਰਿਹਾ, B। ਮਤਲਬ ਮੇਰੇ ਕੋਲ ਕੀ ਆ ਗਿਆ, ਇਟ ਇਜ਼ ਸਮ ਆਫ AB plus ACI plus BCI, ਮਤਲਬ ਇਹ ਤਿੰਨਾਂ ਦਾ ਐਂਡ ਕਰਕੇ ਫਿਰ ਔਰ ਆ ਗਿਆ, ਠੀਕ ਹੈ। ਹੁਣ ਇਹ ਜਿਹੜਾ ਸਰਕਿਟ ਹੈ
ਇਹ ਤੁਸੀਂ ਡਰਾ ਕਰਨਾ S is equal to A XOR B XOR C। ਸਮਝ ਆਇਆ ਨਾ ਮੇਰੇ ਕੋਲ? ਠੀਕ ਹੈ। ਕੈਰੀ ਮੇਰੇ ਕੋਲ ਆਇਆ AB plus ACI plus B CI। ਠੀਕ ਹੈ। ਇਹਦਾ ਕੰਬੀਨੇਸ਼ਨਲ ਸਰਕਟ is your homework। क्लियर है बेटा? Is any problem is there? इसमें कोई प्रॉब्लम है बेटा? ਇਹਦੇ 'ਚ मेरी आवाज आ रही है? मैं हैगा क्लास च कि नहीं? ਸਰ ਪ੍ਰੀਵੀਅਸ ਪੇਜ ਦਿਖਾਓ, ਸਕਰੀਨਸ਼ਾਟ ਲੈਣਾ है नहीं? ਬਸ ਸਰ ਇੱਕ ਮਿੰਟ। ठीक है बेटा। ਸਰ ਇਸ ਦਾ ਸਕਰੀਨਸ਼ਾਟ ਲੈਣਾ ਸੀਗਾ, ਉਹ ਕਹਿ ਰਿਹਾ ਸੀ ਵੀ ਇਹਦਾ ਹਾਂਜੀ। ਕੋਈ ਨਹੀਂ बेटा, मैनू शेयर कर दूंगा, कोई गल नहीं, YouTube ਤੇ ਸ਼ੇਅਰ ਕਰ ਦੂੰਗਾ। ਠੀਕ ਹੈ। ਤਾਂ ਇਹਦਾ ਜਿਹੜਾ ਤੁਸੀਂ ਕੰਬੀਨੇਸ਼ਨਲ ਸਰਕਟ ਤੁਸੀਂ ਬਣਾਉਣਾ ਹੈ, ਠੀਕ ਹੈ, ਇਫ ਜਿੱਥੋਂ ਤੋਂ ਬਣ ਗਿਆ ਤਾਂ ਠੀਕ ਹੈ, ਅਦਰਵਾਈਜ਼ ਮੈਂ ਤਾਂ ਬਣਾਉਂਗਾ ਹੀ ਕੱਲ ਨੂੰ। ਠੀਕ ਹੈ ਜੀ। ਓਕੇ ਸਰ। ਓਕੇ ਬੇਟਾ। ਤੇ ਅੱਜ ਲਈ ਇੰਨਾ ਕਿ ਕਿਉਂਕਿ ਮੈਂ ਚਾਹੁੰਦਾ ਵੀ ਤੁਸੀਂ ਇਹ ਕੰਬੀਨੇਸ਼ਨਲ ਸਰਕਟ ਆਪ ਬਣਾਓ। ਠੀਕ ਹੈ। ਦੈਨ ਵੀ ਵਿਲ ਹੈਵ ਹਾਫ ਸਬਟਰੈਕਟਰ ਐਂਡ ਫੁੱਲ ਸਬਟਰੈਕਟਰ। ਅਸੀਂ ਜਿਹੜਾ ਹਾਫ ਸਬਟਰੈਕਟਰ ਤੇ ਫੁੱਲ ਸਬਟਰੈਕਟਰ ਕਰਾਂਗੇ, ਫਿਰ ਇੱਕ ਸਰਕਟ ਬਣਾਵਾਂਗੇ ਜਿਹੜਾ ਐਡਰ ਦਾ ਕੰਮ ਵੀ ਕਰੂਗਾ, ਸਬਟਰੈਕਟਰ ਦਾ ਕੰਮ ਵੀ ਕਰੂਗਾ। ਠੀਕ ਹੈ। ਮਤਲਬ ਅਸੀਂ ਹਾਫ ਸਬਟਰੈਕਟਰ ਤੇ ਫੁੱਲ ਸਬਟਰੈਕਟਰ ਪੜਾਂਗੇ ਪਹਿਲਾਂ, ਹੁਣ ਐਡਰ ਕਰ ਲਾਂਗੇ ਕੱਲ ਨੂੰ ਕੰਪਲੀਟ, ਤੇ ਹਾਫ ਸਬਟਰੈਕਟਰ ਕਰ ਲਾਂਗੇ ਕੱਲ ਨੂੰ। ਇਹਦਾ ਕੰਬੀਨੇਸ਼ਨ ਸਰਕਟ ਤੇ ਹਾਫ ਸਬਟਰੈਕਟਰ ਤੇ ਫੁੱਲ ਸਬਟਰੈਕਟਰ ਦੀ ਜਿਹੜੀ ਹੈ, ਜਿਹੜੀ ਉਹਦੀ ਟਰੁਥ ਟੇਬਲ ਕਰ ਲਾਂਗੇ। ਠੀਕ ਹੈ। ਤੇ ਪਰਸੋਂ ਨੂੰ ਅਸੀਂ ਹਾਫ ਸਬਟਰੈਕਟਰ ਕਰ ਲਾਂਗੇ, ਦੋਨੋਂ ਚੀਜ਼ਾਂ ਹੋ ਜਾਣਗੀਆਂ। ਤਾਂ ਇਸ ਹਫਤੇ ਵਿੱਚ ਮੇਰਾ ਜਿਹੜਾ ਥੋੜਾ ਅਗਲੇ 2 ਦਿਨ ਨੇ, ਉਹਦੇ ਵਿੱਚ ਹਾਫ ਐਡਰ, ਫੁੱਲ ਐਡਰ, ਹਾਫ ਸਬਟਰੈਕਟਰ ਤੇ ਫੁੱਲ ਸਬਟਰੈਕਟਰ ਕਰ ਲੈਣਾ। ਠੀਕ ਹੈ। ਉਸ ਤੋਂ ਬਾਅਦ ਅਸੀਂ ਵੀ ਵਿਲ ਗੋ ਫॉर ਐਡਰ ਸਬਟਰੈਕਟਰ, ਇੱਕੋ ਸਰਕਟ ਜਿਹੜਾ ਦੋਨੇ ਕੰਮ ਕਰ ਸਕਦਾ, ਹਾਫ ਐਡਰ ਦਾ ਵੀ, ਫੁੱਲ ਐਡਰ ਦਾ ਵੀ, ਸਬਟਰੈਕਟਰ ਦਾ ਵੀ। ਠੀਕ ਹੈ ਬੇਟਾ।